देखो पिछले टैन्योर ਦੇ ਵਿੱਚ 2017 ਤੋਂ ਲੈ ਕੇ 2021 ਤੱਕ ਦਾ ਜਿਹੜਾ ਟੈन्योर ਰਿਹਾ ਉਹਦੇ ਵਿੱਚ ਬੀਬੀ ਰਣਜੀਤ ਕੌਰ ਨੇ ਬਤੌਰ ਮੈਂਬਰ ਦੇ ਤੌਰ ਤੇ ਇੱਥੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਔਰ ਦਿਖਾਈ ਕਿਉਂਕਿ ਕੋਆਪਟੇਡ ਮੈਂਬਰ ਸੀ ਔਰ ਉਹਨਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਕੋਰਟ ਨੇ ਦੇ ਵਿੱਚ ਕੰਪਲੇਂਟਾਂ ਹੋਈਆਂ ਕੋਰਟ ਦੇ ਵਿੱਚ ਜੱਗ ਜ਼ਾਹਿਰ ਹੋ ਗਿਆ ਕਿ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਗਲਤ ਹੋਈ ਹੈ ਔਰ ਉਹ ਮੈਂਬਰਸ਼ਿਪ ਨੂੰ ਵਾਪਸ ਕੀਤਾ ਗਿਆ ਔਰ ਉਹਦੇ ਨਾਲ ਜਿਹੜੇ ਕੋਰਟ ਦੇ ਵਿੱਚ ਕੋਰਟ ਨੇ ਅਮਾਉਂਟ ਲਿਖਿਆ ਦੱਸਿਆ ਸੀ ਕਿ ਇਹ ਅਮਾਉਂਟ ਇਹਦੇ ਬਤੌਰ ਪੈਨਲਟੀ ਦੇ ਵਿੱਚ ਜਮ੍ਹਾਂ ਕੀਤਾ ਜਾਏ ਉਹਦੇ ਨਾਲ ਜਿਹੜੇ ਉਹਨਾਂ ਦੇ ਪਰਸੂਇਟਸ ਬੰਦੇ ਸੀ ਜਿਹੜੇ ਕੱਲ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਖੁਦ ਐਕਸੈਪਟ ਕੀਤੇ ਨੇ ਕਿ ਮੈਂ ਕੋਰਟ ਦੇ ਵਿੱਚ ਉਹਦੀ ਫੀਸ ਜਮ੍ਹਾਂ ਕਰਾਈ ਹੈ ਮਗਰ ਜਿਹੜੇ ਪਰਸੂਇਟਸ ਜਿਹੜੀਆਂ ਉਹਨਾਂ ਨੇ ਫੈਸਿਲਿਟੀਜ਼ ਲਈਆਂ ਸੀ ਇੱਥੇ ਭਾਵੇਂ ਗੱਡੀਆਂ ਦੀਆਂ ਭਾਵੇਂ ਸੇਵਾਦਾਰਾਂ ਦੀਆਂ ਜਾਂ ਉਹਨਾਂ ਨੇ ਆਪਣੇ ਕੋਲੋਂ ਇੰਨੇ ਸਾਰੇ ਸਟਾਫ ਨੂੰ ਵਰਤਿਆ ਇਹ ਸਾਰੇ ਪਰਸੂਇਟ ਦਿੱਲੀ ਗੁਰਦੁਆਰਾ ਕਮੇਟੀ ਨੇ ਉਹਨਾਂ ਕੋਲ ਰਿਕਵਰ ਕਰਨ ਵਾਸਤੇ ਨੋਟਿਸ ਪਾਇਆ ਔਰ ਮੈਂ ਸਮਝਦਾ ਕਿ ਇਹ ਇੱਕ ਨੈਤਿਕਤਾ ਦੇ ਤੌਰ ਦੇ ਉੱਤੇ ਇਹਨਾਂ ਨੂੰ ਇਸ ਗੱਲ ਦਾ ਕੋਈ ਇਸ਼ੂ ਨਹੀਂ ਬਣਾਉਣਾ ਚਾਹੀਦਾ ਔਰ ਇਹ ਪੈਸੇ ਗੁਰੂ ਕਰਦੇ ਨੇ ਕਿਉਂਕਿ ਲੋਕਾਂ ਦੀਆਂ ਸੰਗਤ ਦਾ ਜਿਹੜਾ ਦਸਵੰਧ ਹੈ 10-10 ਰੁਪਏ ਦੇ ਲੋਕ ਮੱਥਾ ਟੇਕਦੇ ਨੇ ਆ ਕੇ ਇਹ ਉਹਨਾਂ ਪੈਸਿਆਂ 'ਚੋਂ ਇਹਨਾਂ ਨੇ ਜਿਹੜੀਆਂ ਜਿਹਦਾ ਹੱਕ ਨਹੀਂ ਬਣਦਾ ਸੀ ਅਗਰ ਇਹਦੇ ਅਧਿਕਾਰੀ ਹੁੰਦੇ ਤੇ ਇਹਨਾਂ ਦਾ ਹੱਕ ਸੀ ਬਿਲਕੁਲ ਬਾਕੀ ਜਿਹੜੇ ਇਲੈਕਟਿਡ ਮੈਂਬਰ ਦਾ ਹੁੰਦਾ ਜਾਂ ਕੋਆਪਰੇਟ ਮੈਂਬਰ ਦਾ ਹੁੰਦਾ मगर इन्हों का हक नहीं बनता सी इस करके उन्होंने उत्ते रिकवरी का नोटिस पाया गया। सर मेरा पहला सवाल ये है कि सभी पहले आप भी उसी पार्टी में थे वो भी उसी पार्टी में थी तो क्या उन्होंने पहला सवाल ये रखा है कि जब भी एक मेंबर के सिग्नेचर होते हैं तो प्रधान और जनरल सेक्रेटरी के जो है सिग्नेचर होते हैं उसमें आप लोगों की कितनी भूमिका रही है? बिल्कुल ठीक गल कर रहे हो तुसी कि जेड़े सिग्नेचर होंदे ने वो अगर मैंबर उन्होंने रिकमेंड करता है ਤੇ ਉਹਦੇ ਉੱਤੇ ਪ੍ਰਧਾਨ ਸਕੱਤਰ ਦੇ ਸਾਈਨ ਹੁੰਦੇ ਨੇ ਔਰ ਗੱਲ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਮੈਂਬਰ ਹੁੰਦਾ ਤਾਂ ਜਦ ਮੈਂਬਰ ਹੀ ਨਹੀਂ ਸੀ ਉਹ ਜਦ ਉਹਨਾਂ ਨੇ ਝੂਠੇ ਸਰਟੀਫਿਕੇਟ ਲਗਾ ਰੱਖੇ ਅੰਮ੍ਰਿਤਧਾਰੀ ਦੇ ਜਦ ਉਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਸਕੂਲਾਂ ਦੇ ਵਿੱਚ ਦਿੱਲੀ ਕਮੇਟੀ ਦੇ ਵਿੱਚ ਜਿਹੜੀ ਅਪਾਇੰਟਮੈਂਟ ਹੋ ਰੱਖੀ ਸੀ ਉਹਦੇ ਖਿਲਾਫ ਉਹਨਾਂ ਨੇ ਰੈਜ਼ਿਗਨੇਸ਼ਨ ਨਹੀਂ ਦਿੱਤਾ ਸੀ ਜਿਨ੍ਹਾਂ ਦੇ ਬਿਹਾਫ ਦੇ ਉੱਤੇ ਮਾਨਯ ਕੋਰਟ ਨੇ ਉਹਨਾਂ ਦੀ ਮੈਂਬਰੀ ਖਾਰਿਜ ਕੀਤੀ ਮੈਂ ਨਹੀਂ ਖਾਰਿਜ ਕੀਤੀ ਨਾ ਹੀ ਦਿੱਲੀ ਕਮੇਟੀ ਕੋਲ ਅਧਿਕਾਰ ਹੈ ਕਿ ਅਸੀਂ ਉਹਨਾਂ ਦੀ ਮੈਂਬਰਸ਼ਿਪ ਖਾਰਿਜ ਕਰਦੇ ਇਹ ਜਿਨ੍ਹਾਂ ਨੇ ਕੰਪਲੇਂਟ ਪਾਈ ਸੀ ਔਰ ਕੋਰਟ ਦੇ ਵਿੱਚ ਕੇਸ ਹਾਰੇ ਨੇ ਔਰ ਕੋਰਟ ਨੇ ਉਹਨਾਂ ਦੀ ਰਿਕਵਰੀ ਸੂਟ ਫਾਈਲ ਕੀਤੀ ਹੈ ਔਰ ਬਤੌਰ ਪ੍ਰਬੰਧਕ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਜਿੰਨੀ ਵੀ ਪੈਸੇ ਦੀ ਡਿਟੇਲ ਹੈ ਜੋ ਵੀ ਉਹਨਾਂ ਨੇ ਖਰਚ ਕੀਤੇ ਨੇ ਉਹ ਜਮ੍ਹਾਂ ਕਰਾਏ ਜਾਣ ਅਗਰ ਉਹ ਮੈਂਬਰ ਹੁੰਦੇ ਤੇ ਕੋਈ ਪੈਸੇ ਲੈਣ ਦੀ ਕੋਈ ਲੋੜ ਨਹੀਂ ਪੈਂਦੀ। तो आपकी क्या भूमिका प्रबंधक की क्या भूमिका होती है कि जो भी मैंबर होता है देखो ਅੱਜ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜੇ ਮੈਂਬਰਸ ਹੁੰਦੇ ਨੇ ਉਹਨਾਂ ਨੂੰ ਆਪਣਾ ਫੰਡ ਦਿੱਤਾ ਜਾਂਦਾ ਹੈ ਜਾਂ ਉਹਦੇ ਨਾਲ ਉਹਨੂੰ ਕੋਈ ਜ਼ਿੰਮੇਵਾਰੀ ਜਦ ਦਿੱਤੀ ਜਾਂਦੀ ਹੈ ਤੇ ਉਹਦੇ ਕੋਲੋਂ ਉਹਨੂੰ ਕੋਈ ਨਾ ਕੋਈ ਫੈਸਿਲਿਟੀਜ਼ ਜਿਹੜੀਆਂ ਉਹਦੇ ਨਾਲ ਸਟਾਫ ਦੀ ਲਗਾਈ ਜਾਂਦੀਆਂ ਨੇ ਜਾਂ ਕੀ ਕਹਿੰਦੇ ਨੇ ਉਹਨੂੰ ਕੋਈ ਗੱਡੀ ਮੁਹੱਈਆ ਕਰਾਈ ਜਾਂਦੀ ਹੈ ਮਗਰ ਬੇਲੋੜਾ ਜਿਹੜਾ ਸਟਾਫ ਰੱਖਿਆ ਜਾਏ ਉਨ ਬੰਦਿਆਂ ਨੇ ਜਿਹੜੇ ਮੈਂਬਰ ਨਹੀਂ ਹੈ ਗੱਲ ਤੇ ਇਹ ਵੇ ਕਿ ਅਗਰ ਇਹ ਮੈਂਬਰ ਰਹਿੰਦੇ ਤੇ ਕੋਈ ਇਹਨਾਂ ਨੂੰ ਚੈਲੰਜ ਨਹੀਂ ਕਰ ਸਕਦਾ ਸੀ ਪ੍ਰਧਾਨ ਸਕੱਤਰ ਜਿਹੜੇ ਨੇ ਉਹਨਾਂ ਦੀ ਫਾਈਨਲ ਅਥਾਰਟੀ ਹੁੰਦੀ ਹੈ ਟੂ ਸੈਂਕਸ਼ਨ ਦੀ ਅਮਾਉਂਟ ਮਗਰ ਕਿਸੇ ਦਾ ਕ੍ਰਾਈਟੇਰੀਆ ਨੂੰ ਚੈਲੰਜ ਕਰਨਾ ਨਾ ਕਰਨਾ ਸਾਡਾ ਪ੍ਰੈਰੋਗੇਟਿਵ ਨਹੀਂ ਹੈ ਇਹ ਕੋਰਟ ਦੇ ਵਿੱਚ ਕਿਸੇ ਨੇ ਜਦ ਕੰਪਲੇਂਟ ਕੀਤੀ ਔਰ ਉਹਨਾਂ ਨੇ ਇਹਨਾਂ ਨੂੰ ਬਾਹਰ ਕੱਢਿਆ ਤੇ ਫਿਰ ਉਹਦੀ ਰਿਕਵਰੀ ਸ਼ੂਟ ਕਰਨਾ ਉਹਦੀ ਰਿਕਵਰੀ ਨੂੰ ਕਰਕੇ ਇਕੱਠੇ ਕਰਕੇ ਗੁਰਦੁਆਰੇ ਦੀ ਗੋਲਕ ਵਿੱਚ ਪਾਣਾ ये सारा फर्ज बनता है। सर प्रबंधक ये भी सब चेक करता है क्या कि जितने भी मेंबर हैं दिल्ली कमेटी के सब ये एलिजिबल है जो अमृतधारी और ये जितने भी सिख धर्म में वो होता है? ये हमारा काम नहीं है ये काम जेड़ा है वो डायरेक्टर ऑफ गुरुद्वारा इलेक्शंस का या कोई चैलेंज हो जाए तो माननीय कोर्ट का है तुसीं हुण देखिया जिस तरीके दे नाल पिछे कई मैंबरां दे उत्ते लैंगुएजेस दे उत्ते प्रॉब्लम आई है किसी मैंबर ने चैलेंज किया दूसरे ने अपने आप को कोर्ट जाके क्लीयर कराया सो एक काम कोर्ट और की कहते हैं मैंबरों का होंगे ये दिल्ली गुरुद्वारा प्रबंधक कमेटी का कोई रोल नहीं। अच्छा एक दूसरा सवाल ये है कि सर हरियाणा प्रबंधक कमेटी की जो अध्यक्ष है और महासचिव है उन्होंने अपना त्याग पत्र जो है वो मुख्य सचिव को दे दिया है कैसे देखते हैं आप इसको? देखो मैं समझदा कि बड़ी मंदभागी गल हुई है क्योंकि एक 22 साल का संघर्ष करके जी कमेटी बनाई गई है और उस कमेटी को सांभण वास्ते जी जिम्मेवारी दी गई भावें वो महंत करमजीत सिंह उन्होंने या सरदार तमीजा जी ਨੂੰ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਹਨੂੰ ਪ੍ਰੋਪਰ ਤਰੀਕੇ ਨਾਲ ਚਲਾਉਣ ਸਭ ਨੂੰ ਇਕੱਠਾ ਕਰਕੇ ਰੱਖਣ ਕਿਉਂਕਿ ਇਹ ਜਦ ਕਮੇਟੀਆਂ ਬਣਾਉਣੀਆਂ ਬੜੀਆਂ ਸੁੱਖੀਆਂ ਉਹਨਾਂ ਨੂੰ ਚਲਾਉਣਾ ਬੜਾ ਔਖਾ ਹੈ ਔਰ ਇਹ ਹਾਲਾਤੇ ਟੈਂਪਰੇਰੀ ਐਡਹੌਕ ਕਮੇਟੀ ਹੈ ਕਿਉਂਕਿ ਸੰਗਤ ਵੱਲੋਂ ਚੁਣੀ ਨਹੀਂ ਗਈ ਇਹ ਕਮੇਟੀ ਨੇ ਸੰਗਤ ਨੂੰ ਚੁਣਨ ਵਾਸਤੇ ਹਲੇ ਮੈਦਾਨ 'ਚ ਉਤਰਨਾ है और वो कमेटी बननी है जिन्होंने संगत ने प्रवानगी देनी है भावें किसी भी पार्टी की होए
ਮਗਰ ਕਾਰਜਕਾਰੀ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਉਹਨਾਂ ਨੂੰ ਜ਼ਿੰਮੇਵਾਰੀ ਉੱਥੇ ਦੀ ਸਰਕਾਰ ਵੱਲੋਂ ਜਾਂ ਜੋ ਵੀ ਉੱਥੇ ਦਾ ਸਿਸਟਮ ਹੈ ਉਹਨੂੰ ਬਣਾਇਆ ਗਿਆ ਸੀ, ਸੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਸਾਰਿਆਂ ਨੂੰ ਇਕੱਠਾ ਕਰਕੇ ਲੈ ਕੇ ਚੱਲਣ। ਸੋ ਇਸ ਕਿਸਮ ਦੇ ਮਾਹੌਲ ਦੇ ਨਾਲ ਲੋਕਾਂ ਦਾ ਵਿਸ਼ਵਾਸ ਵੀ ਟੁੱਟਦਾ ਹੈ और ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੜੀਆਂ ਔਕੜਾਂ पैदा होंगी। क्या सिख धर्म में अब लीगल नोटिस भी चलने लग गए हैं कि और डेफर्मेशन का केस जो है वो हरियाणा कमेटी में एक दूसरे पर डाल रहे हैं, कैसे देख रहे हैं? देखो मैनू नहीं पता कि किस मुद्दे के उत्ते डेफर्मेशन के केस पाए गए ने, मगर जिहड़ी राजनीति गुरु घरां दे विच हो रही है ਉਹਦੇ ਤੇ बड़ा अफसोस है, क्योंकि ਜਿਹੜੇ डेफर्मेशन के केस ने कि अगर कोई बंदा चोरी करे तो उन्होंने चोर कहने का भी हक अगर किसी को नहीं है तो मैं समझदा कि बड़ी माड़ी गल है। ਇਹੋ ਜਿਹੇ कई काम है ਜਿਹੜੇ ਦਿੱਲੀ ਕਮੇਟੀ 'ਚ भी ਹੋਏ ਨੇ, और जिस वक्त ਅਸੀਂ किसी ਨੂੰ कोई लोग कुछ ਕਹਿੰਦੇ ਨੇ कि भई ਇਹ ਤੂੰ ਗੁਰੂ ਘਰ ਦੇ ਵਿੱਚ ਚੋਰੀਆਂ ਕਿਉਂ ਕੀਤੀਆਂ, ਉਹਦੇ ਉੱਤੇ ਵੀ ਮਾਨਹਾਨੀ ਦੇ ਮੁਕੱਦਮੇ ਪਾਏ ਜਾ ਰਹੇ ਨੇ। ਸੋ ਇਹ ਬੰਦੇ ਦੇ ਆਪਣੇ ਵਿਵੇਕ ਦੇ ਉੱਤੇ ਵੇ ਕਿ ਮੈਂ ਗੁਰੂ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੇਵਾਦਾਰ ਬਣ ਕੇ ਰਹਿਣਾ ਹੈ ਜਾਂ ਇੱਥੇ ਦਾ ਚੋਰ ਬਣ ਕੇ ਰਹਿਣਾ। सर एक जो आरएसएस चीफ है मोहन भागवत, उनका एक बयान जो है वायरल हुआ है, उसमें वो साफ कहते हैं कि जो भारत हिंदू राष्ट्र और सभी हिंदू भारतीय बताया है, कैसे देख रहे हैं इस बयान को? देखो मैं बयान सुनिया नहीं, थोड़े माध्यम तो मैनू पता चल रहा है कि अगर उन्होंने कहा है कि हिंदू राष्ट्र है तो हिंदू राष्ट्र की डेफिनेशन भी उन्होंने डिक्लेयर करनी पेगी कि हिंदू खाली सिर्फ इतने हिंदू रहणगे या बाकी धर्मां के लोग भी रह सकते हैं। बट मैं समझदा कि हिंदुस्तान की सब तो वड्डी जिहड़ी जो इन्हां कोल सरमाया है, इहदी जिहड़ी सब तो वड्डी जिन्हों कह सकते हैं कि खजाना साडे कोल है, वो यही है कि असी सारी संप्रदावां नूं सारे समाज नूं इकट्ठा लैके